ਧੰਨ ਹਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਦਸਮ ਗ੍ਰੰਥ ਦੀ ਰਚਨਾ ਕਰਕੇ ਸਾਡੇ ਵਰਗੇ ਨਿਕੰਮਿਆਂ ਨੂੰ ਗਿਆਨ ਦਾ ਖਜ਼ਾਨਾ ਬਖਸ਼ ਕੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਹਾਜ਼ ਬਣਾਇਆ। ਜਿਨ੍ਹਾਂ ਦੀ ਬਾਣੀ ਅਸੀਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ, ਉਸ ਕਲਗੀਧਰ ਪਿਤਾ ਨੇ 24 ਅਵਤਾਰਾਂ ਦੀ ਕਥਾ ਲਿਖੀ, ਜਿਨ੍ਹਾਂ ਦੇ ਵਿੱਚੋਂ ਅੱਜ ਅਸੀਂ ਵਿਚਾਰ ਕਰਾਂਗੇ ਕਿ ਬੈਰਾਹ ਅਵਤਾਰ ਕਿਉਂ ਲਿਆ ਭਗਵਾਨ ਨੇ। ਬੈਰਾਹ ਦਾ ਅਵਤਾਰ, ਕੀ ਲੋੜ ਸੀ ਬੈਰਾਹ ਅਵਤਾਰ ਨੂੰ ਧਰਤੀ ਤੇ ਆਉਣੇ ਦੀ, ਜਿਸ ਕਰਕੇ ਉਸ ਨੂੰ ਧਰਤੀ ਤੇ ਆ ਕੇ ਹਿਰਣਕਸ਼ਪ ਦਾ ਵੱਧ ਕਰਨਾ ਪਿਆ। ਸੋ ਹਿਰਣਕਸ਼ਪ ਤੇ ਹਰਨਾਕਸ਼ ਦੋਨੋਂ ਦਾ ਜਨਮ ਸਤਯੁਗ ਵਿੱਚ ਹੋਇਆ। ਹਰਨਾਕਸ਼ ਉਸ ਦਾ ਪੁੱਤਰ ਪ੍ਰਹਲਾਦ ਸੀ ਤੇ ਉਸ ਦੇ ਪਿਤਾ ਦਾ ਭਾਈ ਹਿਰਣਕਸ਼ਪ, ਦੋਨੋਂ ਭਾਈ ਬੜੇ ਸ਼ਕਤੀਸ਼ਾਲੀ, ਬੇਅੰਤ ਸ਼ਕਤੀਆਂ ਜਿਸ ਨੇ ਅਰਜਿਤ ਕੀਤੀਆਂ ਨਾਰਾਇਣ ਜੀ ਦੀ ਬੰਦਗੀ ਕਰਕੇ, ਸੇਵਾ ਕਰਕੇ, ਉਹਨਾਂ ਸ਼ਕਤੀਆਂ ਦਾ ਦੁਰਉਪਯੋਗ ਕਰਨ ਲੱਗ ਗਿਆ। ਉਸ ਅਕਾਲ ਪੁਰਖ ਨੇ ਬ੍ਰਹਮਾ ਜੀ, ਸ਼ਿਵ ਜੀ ਤੇ ਵਿਸ਼ਨੂੰ ਜੀ ਦੀ ਡਿਊਟੀ ਲਗਾਈ ਹੋਈ ਆ। ਬ੍ਰਹਮਾ ਜੀ ਸ੍ਰਿਸ਼ਟੀ ਦੀ ਉਤਪਤੀ ਕਰਦੇ ਆ ਤੇ ਵੇਦਾਂ ਦਾ ਗਿਆਨ ਸੁਣਾ ਕੇ ਸੰਸਾਰ ਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਆ। ਹਿਰਣਕਸ਼ਪ ਨੇ ਜਿਸ ਵਕਤ ਬੇਅੰਤ ਸ਼ਕਤੀਆਂ ਹਾਸਲ ਕਰ ਲਈਆਂ ਤਾਂ ਮਨ ਦੇ ਵਿੱਚ ਸੋਚਦਾ ਕਿ ਇਸ ਧਰਤੀ ਦੇ ਲੋਕਾਂ ਨੂੰ ਗਿਆਨ ਤੋਂ ਹੀਣ ਕਰ ਦੇਣਾ ਹੈ। ਸੋ ਮਨ ਵਿੱਚ ਸੋਚਦਾ ਹੈ ਕਿ ਗਿਆਨ ਦਾ ਸਰੋਤ ਕੀ ਹੈ, ਗਿਆਨ ਕਿੱਥੋਂ ਸੰਸਾਰ ਵਿੱਚ ਫੈਲਦਾ ਹੈ। ਸੋਚਣ ਤੇ ਉਪਰੰਤ ਨਿਰਣਾ ਕੀਤਾ ਕਿ ਗਿਆਨ ਨੂੰ ਤਾਂ ਬ੍ਰਹਮਾ ਹੀ ਸਾਰਿਆਂ ਨੂੰ ਗਿਆਨ ਦਿੰਦਾ ਹੈ, ਵੇਦਾਂ ਨੂੰ ਪੜ੍ਹ ਕੇ ਸੁਣਾਉਂਦਾ ਹੈ। ਕਿਉਂ ਨਾ ਬ੍ਰਹਮਾ ਤੋਂ ਵੇਦਾਂ ਨੂੰ ਖੋਹ ਲਿਆ ਜਾਵੇ। ਹਿਰਣਕਸ਼ਪ ਨੇ ਮਨ ਦੇ ਵਿੱਚ ਇਹ ਵਿਚਾਰ ਧਾਰ ਕੇ ਬ੍ਰਹਮ ਲੋਕ ਨੂੰ ਤੁਰ ਪਿਆ। ਬੇਅੰਤ ਸ਼ਕਤੀਆਂ ਜਿਸ ਨੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਇਕੱਠੀਆਂ ਕੀਤੀਆਂ ਸੀ, ਉਹਨਾਂ ਨੂੰ ਵਰਤਦਾ, ਦੁਨੀਆ ਨੂੰ ਦੁਖੀ ਕਰਦਾ, ਦੇਵਤਿਆਂ ਨਾਲ ਲੜਾਈ ਕਰਦਾ, ਬ੍ਰਹਮ ਲੋਕ ਵਿੱਚ ਪਹੁੰਚ ਗਿਆ। ਬ੍ਰਹਮ ਲੋਕ ਵਿੱਚ ਪਹੁੰਚ ਕੇ ਬ੍ਰਹਮਾ ਜੀ ਤੋਂ ਚਾਰੇ ਵੇਦ ਖੋਹ ਲਏ। ਖੋਹਣ ਉਪਰੰਤ ਮਨ ਦੇ ਵਿੱਚ ਵਿਚਾਰ ਕਰਦਾ ਕਿ ਇਹਨਾਂ ਵੇਦਾਂ ਨੂੰ ਕਿਸ ਥਾਂ ਤੇ ਰੱਖਿਆ ਜਾਵੇ ਜਿੱਥੋਂ ਕੋਈ ਇਹਨਾਂ ਨੂੰ ਚੁੱਕ ਕੇ ਨਾ ਲਿਆਵੇ। ਮਨ ਦੇ ਵਿੱਚ ਵਿਚਾਰ ਕਰਕੇ ਨਾਲ ਹੀ ਫੈਸਲਾ ਲੈ ਲਿਆ ਕਿ ਇਹਨਾਂ ਨੂੰ ਪਤਾਲ ਲੋਕ ਵਿੱਚ ਰੱਖਿਆਵਾਂ। ਉਹ ਜਗ੍ਹਾ ਜਿਸ ਜਗ੍ਹਾ ਬਹੁਤ ਗੰਦਗੀ ਆ, ਬਹੁਤ ਵਿਸ਼ਟਾ ਆ, ਜਿਸ ਜਗ੍ਹਾ ਕੋਈ ਵੀ ਜਾਣ ਵਾਸਤੇ ਤਿਆਰ ਨਹੀਂ ਹੈ। ਮਨ ਦੇ ਵਿੱਚ ਇਹ ਨਿਰਣਾ ਕਰਕੇ ਉਹ ਜਿਹੜੇ ਚਾਰ ਵੇਦ ਬ੍ਰਹਮਾ ਜੀ ਤੋਂ ਖੋਹੇ ਸਨ, ਉਹ ਨਾਲ ਲੈ ਕੇ ਤੁਰ ਪਿਆ ਪਤਾਲ ਨੂੰ। ਪਤਾਲ ਦੇ ਵਿੱਚ ਜਾ ਕੇ ਉਹ ਚਾਰੇ ਵੇਦ ਉਸ ਜਗ੍ਹਾ ਰੱਖ ਦਿੱਤੇ ਜਿਹੜੀ ਜਗ੍ਹਾ ਗੰਦਗੀ ਨਾਲ ਭਰੀ ਹੋਈ ਹੈ। ਬੇਅੰਤ ਗੰਦ ਪਿਆ ਉੱਥੇ। ਮਨ ਦੇ ਵਿੱਚ ਕੀ ਸੋਚਦਾ ਕਿ ਇਹੋ ਜਿਹੀ ਗੰਦੀ ਜਗ੍ਹਾ ਤੇ ਨਾ ਕੋਈ ਆਵੇ ਤੇ ਨਾ ਕੋਈ ਇਹਨਾਂ ਵੇਦਾਂ ਨੂੰ ਲੈ ਕੇ ਜਾਵੇਗਾ। ਸੰਸਾਰ ਦੇ ਲੋਕ ਸਾਰੇ ਗਿਆਨ ਤੋਂ ਵਾਂਝੇ ਰਹਿ ਜਾਣਗੇ, ਨਹੀਂ ਤਾਂ ਸਿਆਣੇ ਹੋ ਜਾਂਦੇ ਆ, ਵੇਦਾਂ ਦੀਆਂ ਰਿਚਾਂ ਉਚਾਰਦੇ ਆ, ਦੇਵਤਿਆਂ ਦਾ ਹਮਨ ਕਰਦੇ ਆ, ਜਿਹਦੇ ਨਾਲ ਦੇਵਤੇ ਤਾਕਤਵਰ ਹੋ ਜਾਂਦੇ ਆ। ਦੇਵਤਿਆਂ ਨੂੰ ਕਮਜ਼ੋਰ ਕਰਨਾ ਤਾਂ ਵੇਦਾਂ ਨੂੰ ਲੁਕਾਉਣਾ ਹੀ ਪੈਣਾ ਹੈ। ਉਧਰ ਜਿਸ ਵਕਤ ਬ੍ਰਹਮਾ ਜੀ ਤੋਂ ਚਾਰੇ ਵੇਦ ਖੋਹ ਲਏ
ਤਾਂ ਉਹ ਨਾਰਾਇਣ ਜੀ ਦੀ ਸ਼ਰਨ ਵਿੱਚ ਚਲਾ ਗਿਆ, ਅਕਾਲ ਪੁਰਖ ਦੀ ਸ਼ਰਨ ਵਿੱਚ ਚਲਾ ਗਿਆ। ਆਵਾਜ਼ਾਂ ਮਾਰਦਾ, ਹੇ ਠਾਕਰ, ਜਿਹੜੀ ਤੈਂ ਡਿਊਟੀ ਲਾਈ ਸੀ ਮੇਰੀ ਵੇਦਾਂ ਨੂੰ ਪੜ੍ਹ ਕੇ ਗਿਆਨ ਸੰਸਾਰ ਵਿੱਚ ਫੈਲਾਉਣ ਵਾਸਤੇ, ਉਹਨਾਂ ਵੇਦਾਂ ਨੂੰ ਹਿਰਣਕਸ਼ਿਪ ਖੋਹ ਕੇ ਲੈ ਗਿਆ। ਮੈਂ ਕੀ ਕਰਾਂਗਾ? ਸੰਸਾਰ ਦੇ ਵਿੱਚ ਤੇਰੀ ਉਪਮਾ ਕਿਵੇਂ ਕਰਾਂਗਾ? ਤੈਨੂੰ ਜਾਣਨ ਵਾਲੇ ਸੰਸਾਰ ਦੇ ਵਿੱਚ ਘਟਣ ਲੱਗ ਪੈਣੇ ਆ, ਘਟਦੇ ਘਟਦੇ ਇੱਕ ਦਿਨ ਖਤਮ ਹੋ ਜਾਣੇ ਆ। ਮੇਰੀ ਪੁਕਾਰ ਨੂੰ ਸੁਣ, ਮੇਰੀ ਪੁਕਾਰ ਨੂੰ ਸੁਣ। ਬ੍ਰਹਮਾ ਦੀਆਂ ਬੇਨਤੀਆਂ ਪ੍ਰਵਾਨ ਹੋਈਆਂ। ਨਿਰੰਕਾਰ ਦੇ ਦਰ ਤੇ ਪ੍ਰਭੂ ਨੇ ਅਵਤਾਰ ਲੈਣ ਦਾ ਸਮਾਂ ਆ ਗਿਆ। ਉਧਰ ਹਿਰਣਕਸ਼ਿਪ ਆਪਣਾ ਕਾਰਜ ਕਰਕੇ, ਅਰਥਾਤ ਉਹਨਾਂ ਚਾਰਾਂ ਵੇਦਾਂ ਨੂੰ ਗੰਦੀ ਜਗ੍ਹਾ ਰੱਖ ਕੇ ਪਤਾਲ ਲੋਕ ਤੋਂ ਮਾਤਲੋਕ ਨੂੰ ਆ ਰਿਹਾ। ਬ੍ਰਹਮਾ ਜੀ ਬੜੀ ਉਦਾਸ ਭਾਵਨਾ ਨਾਲ ਬੈਠੇ ਆ। ਤਾਂ ਬ੍ਰਹਮਾ ਜੀ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨੇ ਵਾਲੇ ਆ, ਕਰਤਾਰ ਨੇ ਡਿਊਟੀ ਲਾਈ ਇਹਨਾਂ ਦੀ। ਤਾਂ ਉਸ ਅਵਤਾਰ ਨੇ ਜਨਮ ਲੈਣਾ, ਅਕਾਲ ਪੁਰਖ ਨੇ ਡਿਊਟੀ ਲਗਾ ਦਿੱਤੀ ਕਿ ਉਹ ਕੰਮ ਸੰਸਾਰ ਦੇ ਵਿੱਚ ਜਿਹੜਾ ਹਿਰਣਕਸ਼ਿਪ ਕਰ ਰਿਹਾ ਹੈ ਉਹਨਾਂ ਨੂੰ ਰੋਕੋ, ਉਸ ਦਾ ਵਿਨਾਸ਼ ਕਰੋ। ਤਾਂ ਬ੍ਰਹਮਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ ਕਿ ਬ੍ਰਹਮਾ ਜੀ ਨੂੰ ਨਿਛ ਆਈ। ਨਿਛ ਆਉਣ ਦੇ ਨਾਲ ਇੱਕ ਸੂਖਸ਼ਮ ਜੀਵ ਨੱਕ ਦੇ ਵਿੱਚੋਂ ਬਾਹਰ ਡਿੱਗਿਆ। ਬ੍ਰਹਮਾ ਜੀ ਦੇ ਦੇਖਦਿਆਂ ਉਸ ਸੂਖਸ਼ਮ ਰੂਪ ਵਾਲੇ ਸਰੀਰ ਨੇ ਵੱਡਾ ਰੂਪ ਧਾਰਨ ਕਰ ਲਿਆ। ਵੱਡਾ ਹੋ ਕੇ ਉਹ ਸੂਰ ਬਣ ਗਿਆ। ਦੇਖਦਿਆਂ ਕੁਛ ਸਮੇਂ ਦੇ ਵਿੱਚ ਹੀ, ਕੁਛ ਪਲਾਂ ਦੇ ਵਿੱਚ ਹੀ ਉਸ ਦਾ ਵੱਡਾ ਰੂਪ ਹੋ ਗਿਆ। ਬੜੀ ਗਰਜਨਾ ਕਰਦਾ, ਬੜੀ ਜ਼ੋਰ ਦੀ ਆਵਾਜ਼ ਕੱਢਦਾ, ਜਿਸ ਆਵਾਜ਼ ਨੂੰ ਸੁਣ ਕੇ ਜਿਹੜੇ ਜ਼ਾਲਮ ਲੋਕ ਸੀ, ਜਿਹੜੇ ਦੁਸ਼ਟ ਸੁਭਾਅ ਦੇ ਸੀ, ਕੰਬਣ ਲੱਗ ਪਏ ਕਿ ਇਸ ਦੀ ਗਰਜਨਾ ਨਾਲ ਧਰਤੀ ਕਿਤੇ ਨਸ਼ਟ ਨਾ ਹੋ ਜਾਵੇ। ਉਸੇ ਰਸਤੇ ਜਾਣਾ ਸ਼ੁਰੂ ਕਰ ਦਿੱਤਾ। ਉਸ ਵੈਰਾ ਨੇ, ਉਸ ਸੂਰ ਦੇ ਰੂਪ ਵਿੱਚ ਭਗਵਾਨ ਨੇ ਜਿਸ ਵੇਲੇ ਅਵਤਾਰ ਲਿਆ, ਜਿਸ ਰਸਤੇ ਹਿਰਣਕਸ਼ਿਪ ਪਤਾਲ ਲੋਕ ਤੋਂ ਮਾਤਲੋਕ ਨੂੰ ਆ ਰਿਹਾ। ਰਸਤੇ ਦੇ ਵਿੱਚ ਜਿਸ ਵੇਲੇ ਦੋਨਾਂ ਦਾ ਆਪਸ ਵਿੱਚ ਮੇਲ ਹੋਇਆ, ਪੁੱਛਦਾ ਹਿਰਣਕਸ਼ਿਪ ਕਿ ਤੂੰ ਕਿੱਥੇ ਜਾ ਰਿਹਾ ਵੈਰਾ ਨੂੰ? ਤਾਂ ਉਹਨਾਂ ਦਾ ਉੱਤਰ ਸੀ, ਜਿਹੜੇ ਵੇਦ ਤੂੰ ਗੰਦੀ ਜਗ੍ਹਾ ਤੇ ਰੱਖ ਕੇ ਆਇਆ ਉਹਨਾਂ ਨੂੰ ਮੈਂ ਚੁੱਕਣ ਚੱਲਿਆ ਹਾਂ। ਦੋਨਾਂ ਦੀ ਆਪਸ ਵਿੱਚ ਵਿਰੋਧਤਾ ਹੋਈ। ਉਸ ਵਿਰੋਧਤਾ ਵਿੱਚ ਲੜਾਈ ਸ਼ੁਰੂ ਹੋ ਗਈ। ਉਸ ਲੜਾਈ ਦਾ ਜ਼ਿਕਰ 10ਵੇਂ ਪਾਤਸ਼ਾਹ 10ਮ ਗ੍ਰੰਥ ਵਿੱਚ ਕਰਦੇ ਨੇ। ਦਿਨੰ ਅਸ਼ਟਯੁਧੰ ਭਇਓ ਅਸ਼ਟਰੈਣੰ। ਉਹ ਲੜਾਈ ਬੜੀ ਭਿਆਨਕ ਸੀ। ਦੇਵੀ ਦੇਵਤੇ ਬੇਅੰਤ ਆ ਕੇ ਖੜੇ ਹੋ ਗਏ, ਉਸ ਲੜਾਈ ਨੂੰ ਦੇਖ ਰਹੇ ਹੈ। ਇੰਨੀ ਭਿਆਨਕ ਲੜਾਈ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਲੜਾਈ ਦੇ ਵਿੱਚ ਪੂਰਾ ਸੰਸਾਰ ਨਸ਼ਟ ਹੋ ਜਾਣਾ ਹੈ। ਧਰਤੀ ਹਿਲ ਰਹੀ ਹੈ, ਆਕਾਸ਼ ਡੋਲ ਰਿਹਾ ਹੈ। ਦਿਨੰ ਅਸ਼ਟਯੁਧੰ, 8 ਦਿਨ ਬੀਤ ਗਏ ਇਸ ਤਰ੍ਹਾਂ ਲੜਾਈ ਹੁੰਦਿਆਂ ਨੂੰ। ਹਿਰਣਕਸ਼ਿਪ ਆਪਣੇ ਵਾਰ ਕਰ ਰਿਹਾ, ਆਪਣੇ ਸ਼ਸਤਰ ਅਸਤਰ, ਦਿव्य ਅਸਤਰ ਸਭ ਤਰ੍ਹਾਂ ਦਾ ਵਾਰ ਕਰ ਰਿਹਾ, ਮਗਰ ਵੈਰਾ ਭਗਵਾਨ ਉਸ ਦੇ ਸਾਰੇ ਵਾਰਾਂ ਨੂੰ ਨਿਸਫਲ ਕਰ ਰਹੇ ਨੇ। 8 ਦਿਨ ਤੇ 8 ਰਾਤਾਂ ਇਸੇ ਤਰ੍ਹਾਂ ਲੜਾਈ ਹੁੰਦੀ ਰਹੀ। ਦਿਨੰ ਅਸ਼ਟਯੁਧੰ ਭਇਓ ਅਸ਼ਟਰੈਣੰ। 8 ਦਿਨ ਤੇ 8 ਰਾਤਾਂ ਲੜਾਈ ਹੁੰਦੀ ਰਹੀ, ਕੋਈ ਨਹੀਂ ਹਾਰਦਾ। ਜਿਸ ਵੇਲੇ ਉਸ 8ਵੇਂ
ਰਾਤ ਦਾ ਅਖੀਰਲਾ ਪਹਿਰ ਆਇਆ। ਠਾਕਰ ਨੇ ਉਸ ਬਿਰਾ ਅਵਤਾਰ ਨੇ ਹਿਰਣਕਸ਼ਪ ਦਾ ਸਮਾਂ ਨੇੜੇ ਆਇਆ, ਮੌਤ ਦਾ ਦੇਖ ਕੇ ਆਪਣੀ ਹੁੱਡ ਦਾ ਇੱਕ ਇਹੋ ਜਿਹਾ ਵਾਰ ਕੀਤਾ ਜਿਹਦੇ ਨਾਲ ਹਿਰਣਕਸ਼ਪ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਦਿਨੰ ਅਸ਼ਟਯੁਧੰ ਭਇਓ ਅਸ਼ਟਰੈਣੰ ਡਗੀ ਭੂਮ ਸਰਬੰ ਉੱਠਿਓ ਕਾਂਪ ਗੈਣੰ। ਲੜਾਈ ਵੇਲੇ ਧਰਤੀ ਹਿੱਲ ਰਹੀ ਆ, ਆਕਾਸ਼ ਡੋਲ ਰਿਹਾ। ਆਖਿਰਕਾਰ ਹੁੱਡ ਦਾ ਵਾਰ ਕਰਕੇ ਹਿਰਣਕਸ਼ਿਪ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਤੇ ਵੈਰਾ ਅਵਤਾਰ ਉਸ ਜਗ੍ਹਾ ਪਹੁੰਚ ਗਏ ਜਿਸ ਜਗ੍ਹਾ ਹਿਰਣਕਸ਼ਿਪ ਨੇ ਵੇਦਾਂ ਨੂੰ ਰੱਖਿਆ ਸੀ। ਉਹਨਾਂ ਵੇਦਾਂ ਨੂੰ ਉਸ ਅਵਤਾਰ ਨੇ ਆਪਣੀ ਹੁੱਡ ਦੇ ਉੱਤੇ ਧਾਰਨ ਕੀਤਾ। ਧਰੇ ਦੌੜ ਅਗਰੰ ਚਤੁਰਵੇਦ ਤਵੰ। ਉਹਨਾਂ ਚਾਰਾਂ ਵੇਦਾਂ ਨੂੰ ਵੈਰਾ ਭਗਵਾਨ ਦੇ ਵੈਰਾ ਅਵਤਾਰ ਨੇ ਆਪਣੀਆਂ ਹੁੱਡਾਂ ਤੇ ਧਾਰਨ ਕੀਤਾ। ਧਾਰਨ ਕਰਕੇ ਉਹ ਜਿਹੜੇ ਚਾਰੇ ਵੇਦ ਸੀ ਲਿਆ ਕੇ ਬ੍ਰਹਮਾ ਜੀ ਨੂੰ ਦਿੱਤੇ। ਧਰੇ ਦੌੜ ਅਗਰੰ ਚਤੁਰਵੇਦ ਤਵੰ ਹਠੀ ਦੁਸ਼ਟ ਜਿਤੇ ਭਜੇ ਦੈਂਤ ਸਵੰ। ਸਾਰੇ ਹੀ ਦੈਂਤ ਜਿਹੜੇ ਦੁਸ਼ਟ ਸੀ, ਨੀਚ ਸੀ, ਭਗਤਾਂ ਨੂੰ ਦੁੱਖ ਦੇਣੇ ਵਾਲੇ ਸੀ, ਧਰਮੀਆਂ ਦਾ ਨਾਸ਼ ਕਰਨੇ ਵਾਲੇ ਸੀ, ਗਿਆਨ ਨੂੰ ਸੰਸਾਰ ਤੋਂ ਮਿਟਾਉਣ ਦਾ ਯਤਨ ਕਰਨੇ ਵਾਲੇ, ਜਦੋਂ ਉਹਨਾਂ ਨੇ ਦੇਖਿਆ ਕਿ ਸਾਡਾ ਰਾਜਾ ਤਾਂ ਮਰ ਗਿਆ, ਅਸੀਂ ਹੁਣ ਅਨਾਥ ਹੋ ਗਏ, ਸਾਡਾ ਹੁਣ ਸਿਰਮੌਰ ਜਿਹੜਾ ਸਾਡਾ ਸਰਗਨਾ ਸੀ, ਸਾਡਾ ਸਾਰਿਆਂ ਦਾ ਮੋਹਰੀ ਸੀ, ਆਗੂ ਸੀ, ਉਹ ਮਾਰਿਆ ਗਿਆ। ਉਹ ਸਾਰੇ ਖਿਲਰ ਗਏ, ਉਹ ਦੌੜ ਗਏ ਕਿ ਕਿਤੇ ਅਸੀਂ ਉਸ ਵੈਰਾ ਦੇ ਹੱਥ ਆ ਗਏ ਤਾਂ ਸਾਨੂੰ ਵੀ ਉਸਨੇ ਮਾਰ ਦੇਣਾ ਹੈ। ਧਰੇ ਦੌੜ ਅਗਰੰ ਚਤੁਰਵੇਦ ਤਵੰ ਹਠੀ ਦੁਸ਼ਟ ਜਿਤੇ ਭਜੇ ਦੈਂਤ ਸਵੰ। ਸਵੈ ਸੰਤਨ ਤਾਨ ਕੋ ਸੁਖ ਦੀਅੰ। ਸਾਰੇ ਜਿਹੜੇ ਸੰਤ ਸਨ, ਭਗਵਾਨ ਦੇ ਪਿਆਰੇ ਸੀ, ਉਹਨਾਂ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਕਿ ਇਹ ਜਿਹੜਾ ਜ਼ਾਲਮ ਰਾਜਾ ਸੀ, ਦੁਨੀਆ ਨੂੰ ਦੁੱਖ ਦਿੰਦਾ ਸੀ, ਭਗਤਾਂ ਨੂੰ ਦੁਖੀ ਕਰਦਾ ਸੀ, ਉਹ ਅੱਜ ਪ੍ਰਭੂ ਨੇ ਕਿਰਪਾ ਕਰਕੇ ਉਸ ਦਾ ਨਾਸ਼ ਕਰ ਦਿੱਤਾ। ਸੋ ਇਸ ਤਰ੍ਹਾਂ ਕਲਗੀਧਰ ਪਿਤਾ ਨੇ ਵੈਰਾ ਅਵਤਾਰ ਦੀ ਕਥਾ ਦਸਮ ਗ੍ਰੰਥ ਵਿੱਚ ਲਿਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਸਦਾਈ ਜੈ। ਗੁਰੂ ਪਿਆਰਿਓ, ਜੇਕਰ ਮੇਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਆਪਣੇ ਮਿੱਤਰਾਂ ਦੋਸਤਾਂ ਵਿੱਚ ਵੱਧ ਤੋਂ ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਚੈਨਲ ਮੇਰਾ ਸਬਸਕ੍ਰਾਈਬ